ਅੰਮ੍ਰਿਤਸਰ ਦਿਹਾਤੀ ਦੇ ਨਿਊ ਰੂਪਨਗਰ ਇਲਾਕੇ 'ਚ ਜ਼ੋਰਦਾਰ ਧਮਾਕਾ, ਇੱਕ ਸ਼ਖਸ ਦੀ ਮੌਤ, ਆਈਈਡੀ ਬਲਾਸਟ ਦਾ ਸ਼ੱਕ, ਡੀਆਈਜੀ ਬੋਲੇ ਅੱਤਵਾਦੀ ਜਥੇਬੰਦੀ ਨਾਲ ਸੰਬੰਧਿਤ ਸੀ ਮ੍ਰਿਤਕ। ਪੰਚਕੁਲਾ 'ਚ ਪਰਿਵਾਰ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ। ਵੀਡੀਓ 'ਚ ਨਜ਼ਰ ਆ ਰਿਹਾ ਪ੍ਰਵੀਨ ਮਿੱਤਲ, ਕਰਜ਼ੇ ਤੋਂ ਤੰਗ ਆ ਕੇ ਪਰਿਵਾਰ ਦੇ 7 ਜੀਆਂ ਨੇ ਕੀਤਾ ਹੈ ਸੁਸਾਈਡ। ਬੀਬੀਐਮਬੀ 'ਚ ਹਰਿਆਣਾ ਤੋਂ ਵੱਡੀ ਨਿਯੁਕਤੀ, ਕੇਂਦਰ ਸਰਕਾਰ ਨੇ ਬਜਿੰਦਰ ਸਿੰਘ ਨਾਰਾ ਨੂੰ ਦਿੱਤਾ ਮੈਂਬਰ ਸਿੰਚਾਈ ਦਾ ਵਾਧੂ ਚਾਰਜ, ਹਰਿਆਣਾ ਦੇ ਸੀਨੀਅਰ ਇੰਜੀਨੀਅਰ ਨੇ ਬਜਿੰਦਰ ਸਿੰਘ ਨਾਰਾ। ਵਿਜੀਲੈਂਸ ਨੂੰ ਬਠਿੰਡਾ ਦੀ ਬਰਖਾਸਤ ਕਾਂਸਟੇਬਲ ਦਾ 2 ਦਿਨ ਦਾ ਮਿਲਿਆ ਰਿਮਾਂਡ, ਕੱਲ ਕੀਤਾ ਸੀ ਗ੍ਰਿਫਤਾਰ, ਅਮਨਦੀਪ ਕੌਰ ਦੀ ਪ੍ਰਾਪਰਟੀ ਵੀ ਕੀਤੀ ਗਈ ਹੈ ਫਰੀਜ਼। ਮੋਹਾਲੀ 'ਚ ਪਿੰਕੀ ਧਾਲੀਵਾਲ ਦੇ ਘਰ ਤੇ ਫਾਇਰਿੰਗ ਮਾਮਲੇ 'ਚ ਸੀਆਈਏ ਖਰੜ ਦਾ ਵੱਡਾ ਐਕਸ਼ਨ, ਹਰਿਆਣਾ ਤੋਂ ਇੱਕ ਸ਼ੂਟਰ ਗ੍ਰਿਫਤਾਰ, ਕਾਲਾ ਰਾਣਾ ਗੈਂਗ ਦਾ ਦੱਸਿਆ ਜਾ ਰਿਹਾ ਮੁਲਜ਼ਮ। ਕਪੂਰਥਲਾ 'ਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਬਦਮਾਸ਼ ਕਾਬੂ, ਪੁਲਿਸ ਨੇ ਐਨਕਾਊਂਟਰ ਦੌਰਾਨ ਦੋਹਾਂ ਨੂੰ ਕੀਤਾ ਗ੍ਰਿਫਤਾਰ, ਮੁਲਜ਼ਮਾਂ ਕੋਲੋਂ 2 ਪਿਸਤੌਲ ਤੇ ਕਾਰਤੂਸ ਬਰਾਮਦ। ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 ਆਈਏਐਸ ਤੇ 39 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ, ਸਰਕਾਰ ਵੱਲੋਂ ਨੋਟਿਸ ਜਾਰੀ। ਹਰਿਆਣਾ ਸੀਈਟੀ 2025 ਦੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ, 28 ਮਈ ਤੋਂ 12 ਜੂਨ ਤੱਕ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਨੇ ਉਮੀਦਵਾਰ, ਪ੍ਰੀਖਿਆ ਦੀ ਤਰੀਕ ਦਾ ਹਾਲੇ ਨਹੀਂ ਹੋਇਆ ਐਲਾਨ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਬਾਜ ਸਿੰਘ ਪੰਨੂ। ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪੰਚਕੁਲਾ ਨਾਲ ਜੁੜੀ ਇਸ ਵੱਡੀ ਖਬਰ ਤੋਂ। ਪੰਚਕੁਲਾ 'ਚ ਪੂਰੇ ਪਰਿਵਾਰ ਨੇ ਖੁਦਕੁਸ਼ੀ ਕਰ ਲਈ ਹੈ। ਇੱਕੋ ਪਰਿਵਾਰ ਦੇ 7 ਜੀਆਂ ਨੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਪੰਚਕੁਲਾ ਦੇ ਸੈਕਟਰ 27 'ਚ ਜੋ ਹੈ ਕਾਰ 'ਚ ਪਈਆਂ ਮਿਲੀਆਂ ਨੇ 7 ਲਾਸ਼ਾਂ। ਮ੍ਰਿਤਕਾਂ 'ਚ ਦੱਸ ਦਈਏ ਕਿ ਪ੍ਰਵੀਨ ਮਿੱਤਲ, ਪ੍ਰਵੀਨ ਦੇ ਮਾਤਾ-ਪਿਤਾ, ਪ੍ਰਵੀਨ ਦੀ ਪਤਨੀ, 2 ਬੇਟੀਆਂ ਤੇ ਇੱਕ ਬੇਟਾ ਸ਼ਾਮਿਲ ਹੈ। ਨਾਲ ਹੀ ਦੱਸ ਦਈਏ ਕਿ ਇਸ ਖੁਦਕੁਸ਼ੀ ਤੋਂ ਪਹਿਲਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਠੀਕ ਪ੍ਰਵੀਨ ਮਿੱਤਲ ਦੀ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ 'ਚ ਜੋ ਹੈ ਪ੍ਰਵੀਨ ਮਿੱਤਲ ਖੁਦ ਨਜ਼ਰ ਆ ਰਿਹਾ ਹੈ। ਪ੍ਰਵੀਨ ਮਿੱਤਲ ਜੋ ਹੈ ਇਸ ਸਮੇਂ ਜੋ ਵੀਡੀਓ ਆਈ ਉਸ ਸਮੇਂ ਉਹ ਜ਼ਹਿਰ ਨਿਕਲ ਚੁੱਕਿਆ ਸੀ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵੀ ਦੱਸ ਦਈਏ ਕਿ ਪ੍ਰਵੀਨ ਵੱਲੋਂ ਹੀ ਪਹਿਲਾਂ ਜ਼ਹਿਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਖੁਦ ਵੀ ਜ਼ਹਿਰ ਨਿਕਲ ਲਿਆ ਗਿਆ। ਤਾਂ ਵੀਡੀਓ ਤੋਂ ਦੱਸ ਦਈਏ ਕਿ ਜੋ ਵੀਡੀਓ ਤੋਂ ਪਹਿਲਾਂ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਹੋ ਚੁੱਕੀ ਸੀ ਤੇ ਜੋ ਪ੍ਰਵੀਨ ਮਿੱਤਲ ਹੈ ਉਹ ਵੀ ਖੁਦ ਜ਼ਿੰਦਗੀ ਮੌਤ ਵਿਚਾਲੇ ਜੂਝ ਰਿਹਾ ਸੀ ਤੇ ਹਸਪਤਾਲ ਪਹੁੰਚ ਕੇ ਉਸ ਦੀ ਵੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਭਾਰੀ ਕਰਜ਼ੇ ਕਾਰਨ ਪ੍ਰਵੀਨ ਮਿੱਤਲ ਵੱਲੋਂ ਇੱਕ ਕਦਮ ਚੁੱਕਿਆ ਗਿਆ। ਕਾਰ 'ਚ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਦੱਸ ਦਈਏ ਕਿ 10 ਸਾਲ ਪਹਿਲਾਂ ਇਹ ਜੋ ਪਰਿਵਾਰ ਹੈ ਪੰਚਕੁਲਾ 'ਚ ਰਹਿੰਦਾ ਸੀ ਤੇ ਕਾਰੋਬਾਰ 'ਚ ਘਾਟੇ ਕਾਰਨ ਇਹਨਾਂ ਤੇ ਕਾਫੀ ਆਰਥਿਕ ਤੰਗੀ ਆ ਗਈ, ਜਿਸ ਤੋਂ ਬਾਅਦ ਪਰਿਵਾਰ ਤੇ ਕਈ ਪ੍ਰਾਈਵੇਟ ਸਰਕਾਰੀ ਬੈਂਕਾਂ ਦਾ ਕਰਜ਼ਾ ਹੋ ਗਿਆ ਤੇ ਕਰਜ਼ੇ ਕਾਰਨ ਇਹ ਪਰਿਵਾਰ ਜੋ ਹੈ ਪੰਚਕੁਲਾ ਤੋਂ ਦੇਹਰਾਦੂਨ ਚਲਾ ਗਿਆ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਹ ਵਾਪਸ ਪੰਚਕੁਲਾ ਆ ਗਏ ਸਨ। ਤਾਂ ਸੁਸਾਈਡ ਨੋਟ 'ਚ ਲਿਖਿਆ ਹੋਇਆ ਕਿ ਕਰਜ਼ੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਨਾਲ ਹੀ ਇਹ ਵੀ ਲਿਖਿਆ ਗਿਆ ਕਿ ਮਾਮੇ ਦਾ ਬੇਟਾ ਜੋ ਹੈ ਉਹਨਾਂ ਵੱਲੋਂ ਹੀ ਅੰਤਿਮ ਸੰਸਕਾਰ ਕੀਤਾ ਜਾਵੇ ਕਿਉਂਕਿ ਉਸਨੇ ਹੀ ਉਹਨਾਂ ਦੀ ਔਖੇ ਸਮੇਂ 'ਚ ਮਦਦ ਕੀਤੀ ਸੀ। ਤਾਂ ਦੱਸ ਦਈਏ ਕਿ ਦੂਜੇ ਪਾਸੇ ਜੋ ਪ੍ਰਵੀਨ ਮਿੱਤਲ ਹੈ ਉਹਨਾਂ ਦੇ ਸਹੁਰੇ ਮੁਤਾਬਕ ਪਰਿਵਾਰ ਤੇ 1 ਕਰੋੜ ਦਾ ਬੈਂਕ ਕਰਜ਼ਾ ਸੀ। ਉਹਨਾਂ ਨਾਲ ਹੀ ਦੱਸਿਆ ਕਿ ਮੈਂ ਦੇਹਰਾਦੂਨ 'ਚ ਵੀ ਉਹਨਾਂ ਦੀ ਕਾਫੀ ਮਦਦ ਕੀਤੀ, 8-9 ਮਹੀਨੇ ਤੱਕ ਉਹਨਾਂ ਨੂੰ ਮੈਂ ਹਰ ਮਹੀਨੇ 12,000 ਰੁਪਏ ਦਿੰਦਾ ਰਿਹਾ। ਹਾਲਾਂਕਿ ਸਹੁਰੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਦਾ ਕਾਫੀ ਸਮੇਂ ਤੋਂ ਮੇਰੇ ਨਾਲ ਬੋਲਚਾਲ ਬੰਦ ਸੀ। ਤਾਂ ਪੰਚਕੁਲਾ ਤੋਂ ਇਹ ਵੱਡੀ ਖਬਰ ਹੈ ਜਿੱਥੇ ਕਿ ਪੂਰਾ ਪਰਿਵਾਰ ਜੋ ਕਰਜ਼ੇ ਦੀ ਭੇਟ ਚੜ ਗਿਆ ਹੈ। 7 ਜੀ ਜੋ ਸਨ 7 ਜੀਆਂ ਦੀ ਜੋ ਹੈ ਮੌਤ ਹੋ ਚੁੱਕੀ ਹੈ। ਪ੍ਰਵੀਨ ਮਿੱਤਲ ਜੋ ਸ਼ਖਸ ਹੈ ਉਸ ਵੱਲੋਂ ਇਸ ਪੂਰੀ ਘਟਨਾ ਦੀ ਜੋ ਹੈ ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਸ ਵੱਲੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਜ਼ਹਿਰ ਦਿੱਤਾ ਗਿਆ, ਉਸ ਤੋਂ ਬਾਅਦ ਖੁਦ ਵੀ ਜ਼ਹਿਰ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। पंचकुला में रात को एक दिल दहलाने वाली घटना घटी है। एक ही परिवार के 7 लोगों ने आत्महत्या कर ली और जहर खा करके खुदकुशी करने का मामला सामने आया है। हम सेक्टर 25 में मौजूद हैं और सेक्टर 25 की ये चौकी है। सेक्टर 27 का ये मामला है। सेक्टर 27 की चौकी जो लगती है वो सेक्टर 25 लगती है। आप देख सकते हैं कि यहाँ जो डेड बॉडीज हैं उनको कहीं ना कहीं अस्पताल के अंदर रखा गया है और सेक्टर 26 में ओजस हॉस्पिटल है वहां रखा गया है। सेक्टर 21 में जो हॉस्पिटल है वहां उनको अलग अलग डेड बॉडीज को रखा गया है। और जो हनुमंत कथा हो रही थी पंचकुला के सेक्टर 5 शालीमार ग्राउंड के अंदर धीरेन्द्र शास्त्री की, वहां पहुंचे थे और पूरा प्रोग्राम उन्होंने देखा है और देखने के बाद कहीं ना कहीं सुसाइड करने का काम किया। जब यहाँ आने के बाद
उन्होंने देखा कि कोई होटल सर्च करने की कोशिश की, लेकिन होटल में जब कमरा नहीं मिला तो उसके बाद वो गाड़ी में बैठे रहे और गाड़ी में बैठ करके उन्होंने अपनी जीवन लीला समाप्त करने का काम किया। आप देख सकते हैं, मैं गाड़ी का अंदर का भी आपको दिखाना चाहूंगा कि आप देख सकते हैं कि वोमिटिंग तक गाड़ी के अंदर हो रखी है, कि कहीं ना कहीं जहरीला पदार्थ निकला है। तो उसके बाद उल्टी भी हुई है और बच्चों को हुई है या जो और परिवार के लोग थे उनको उल्टी हुई है। इसी वजह से कहीं ना कहीं उनकी जान गई है। और जो प्रवीण अग्रवाल थे वो बाद में उनकी डेथ हुई है, उन्होंने भी जहरीला पदार्थ पी रखा था। हालांकि उन्होंने बात की, वहां के लोकल निवासी से बात की और बात करने के बाद पूरा मामला भी बताया कि किस कारण से उन्होंने आत्महत्या करने का काम किया है। उनके जो बच्चे थे वो चंडीगढ़ स्थित स्कूल के अंदर पढ़ाई करते थे और टूर एंड ट्रेवल्स का काम जो है वो प्रवीण अग्रवाल करते थे। अब कहीं ना कहीं इतना बड़ा कदम जो उठाया गया है प्रवीण अग्रवाल के माध्यम से वो दिल दहला देने वाला है। रीना मित्तल जो मेरी लड़की है। अच्छा, ससुर हैं आप? अच्छा, हाँ। उनके ससुर हैं तो कहीं ना कहीं आपके पास रहते थे, वो तो आपके संपर्क में भी रहते थे? मेरे संपर्क में नहीं रहते थे जी। वो यहाँ से जब मेरी उनकी शादी करी थी उसके बाद मेरे पे एक बैंक वाले आए थे कि हाँ जी बैंक वालों को पैसा देना। मैंने कहा जी ऐसा है कि बैंक का जब पैसा दिया था किस बेस पर दिया था? आपने मैनेजर को पूछा मैंने। कहता जी 1 करोड़ रुपया दिया। मैं सिक्योरिटी तो रखी होगी आपने, तभी तो दिया होगा 1 करोड़। क्या सिक्योरिटी कितने की रखी है? क्या 70 लाख की? मैं क्या 70 लाख की सिक्योरिटी रखी और 1 करोड़ रुपए कैसे दे दिया आपने? किस बेस पर दे दिया? इसका मतलब आपने कमीशन खाई है, तभी तो 1 करोड़ दोगे आप 70 लाख की प्रॉपर्टी के ऊपर। मैं क्या मेरी कोई गारंटी है? कहते नहीं। मैं क्या फिर यहाँ पर नहीं आना, आप मेरे पास नहीं आना बिल्कुल। मेरे उसके बाद कोई कंटेक्ट नहीं। तो कैसे इतना कितना कर्ज था उनके ऊपर की जीवन लीला ही समाप्त कर? देखो जी मेरा तो कई साल हो गए, मेरे साथ तो कोई ताल्लुक नहीं। मैं तो बीमार रहता हूँ, मैं बीमार रहता हूँ। शुगर की मैं पेशेंट हूँ, बीपी का मैं पेशेंट हूँ। मेरे साथ कोई ताल्लुक नहीं। बेटी से कोई बात होती होगी कि बेटी ने कुछ बताया होगी इस तरह की? कुछ बतलाया ही नहीं जी, ना बेटी से मेरी बात हुई है। ये तो अभी 4 बजे आए, कहता जी ये क्या हुआ, ऐसे ऐसे है, उनका हो गया, चलो जी। मैं कहा चलो जी, मैं जब भी थाने पहुंच गए। हमें तो देखो जी कोई मतलब नहीं था इनको। हमारे को तो ये पता लगा मतलब कि जब ये पीछे थे, मैंने कभी तंग भंग चल रहे हैं, मैंने इनको पीछे इनको हेल्प भी करी, इनकी दुकान भी खुलवाई देहरादून में इनको दुकान भी खुलवाई, पैसे भी दिए। मगर पैसे जब दुकान खोली तो मुझे पता लगा, जब बंद हुई तो मुझे नहीं पता लगा कब बंद करती। जितनी मदद होती थी, अभी पीछे किराए पे रहते थे, मैं 12,000 रुपये महीना दिया करता था इनको, भाई उसके डाकखाने के थ्रू इनको भी तुम अपना किराया दे दो, तुम रहो। 7-8 महीने मैंने किराया दिया। उसके बाद अभी मनसा देवी रह रहे थे यहाँ? मुझे नहीं पता जी। आप चंडीगढ़ रहते हैं? नहीं, मैं लुधियाना से आया। लुधियाना से आया हूँ। तो फिर हम मतलब ये 11-12 इन्हीं बातों में बज गए। फिर मुझे 3:20 पे फोन आ गया कि प्रवीण जी की भी डेथ होगी, आप जल्दी आ जाओ। फिर मैं 6 बजे चल के आ गया अब यहाँ पे। तो आया तो उनकी दिमागी हालत ठीक थी? प्रवीण जी की पूरी तरह से ठीक थी। वो इसको टैक्सी की तरह चलाते थे, यही काम करते थे, एज ए टैक्सी लाइन में ही थोड़ा थोड़ा काम करते थे बस। उसकी तो दिमागी हालत, उसको तो कोई दिक्कत नहीं थी, ना उसकी वाइफ को कोई दिक्कत थी। अब तो क्या हुआ है भगवान जानता है कि एक दिन में क्या हुआ है, कि रोज तिल मर रहे थे वो, क्या हुआ। कोई भी आदमी पैसे मांगते हुए भी शर्मा रहा था। हम कोई ना नहीं कर रहे थे उनको पैसे देने के। मेरे से 1-1.5 महीने पहले भी उन्होंने 50,000 रुपये लिए। मेरे को कहते हैं मैंने कॉस्मेटिक का काम करना है। मैं कल ले लो, कोई बात नहीं, और ले ले। नहीं कहता भैया इतने ही चाहिए। अब कल क्या हुआ है ये भगवान जानता है। वो यहाँ नहीं रह रहे थे अभी, क्योंकि उनके बच्चे तो चंडीगढ़ में पढ़ रहे थे। हाँ, यही रह रहे थे कहीं, मतलब पहले तो वो पिंजौर में रह रहे थे अपने। अभी 15-20 दिन पहले ही कोई किराए का मकान लिया था उन्होंने मनसा देवी मंदिर के आसपास कहीं। तो जैसे इतना लॉस आया, क्या कारण रहा आपको, क्योंकि आप बिल्कुल घर के हैं उनके? मिल में उनका घाटा पड़ गया जी। कोई मिल थी, डिकोडिंग की मिल थी उनकी कोई, उसमें कोई एकदम लॉस हो गया। वो सारा था बैंक का ही, कर्जे में पहले ही थे, मतलब वो पर्राई चलाई चल रही थी। वो लोगों का लोन वगैरह काफी था, वो बस लोन में ही घर निकल गया उनका। चलो वो तो पुरानी बात है, वो तो निकल गया था। अब मतलब उनके पास सेटिंग थी नहीं। वहां तो देहरादून में तो इतना खर्चा कम था, अपना खाना पीना खा रहे थे। यहाँ आने के बाद उनकी पोजीशन ज्यादा खराब हो गई। यही सेक्टर 27 है और यही वो गाड़ी खड़ी थी और गाड़ी खड़ी करके उसने जहर दिया है और बाद में खुद ने भी अपनी जीवन लीला समाप्त कर ली। हमारे साथ हर्ष हैं जिन्होंने सबसे पहले उस गाड़ी को देखा और देखने के बाद उस गाड़ी के पास गए। हर्ष, क्या देखा, आंखों देखी बताइए। हम सर गाड़ी से मतलब ऊपर घर से नीचे उतरे वॉक करने के लिए,
तो हमने देखा भी अनजान गाड़ी खड़ी है कोई हमारी गाड़ियों के पास। तो हमने जाके देखा गाड़ी पे सारे शीशों पर टॉवल लग रखे थे। तो उसके बाद हमने जब उनको ताकी खोली उसकी गाड़ी की, तो उसमें सारे ऐसे पड़े थे जैसे मर गए हों। पर हमने जो गाड़ी चला रहा था वो बंदा उठा जिंदा हुआ था उस टाइम। तो उसको पूछा हमने भी क्या कैसे पड़े हैं, तो वो कह रहा हम बाबा के पास आए थे, यहाँ जो 5 सेक्टर प्रोग्राम था, तो वहाँ हमें होटल मिला नहीं कहीं रहने के लिए, तो हम आराम कर रहे हैं, सो रहे हैं ये सारे। और वो सोने की हालत में थे नहीं, तो हमें लगा चलो सो रहे होंगे, हमने गाड़ी बंद कर दी। फिर हमें लगा नहीं कुछ और दिक्कत है, अभी ये मर गए हैं सारे, जिन्हें मार दी सारे। हमने उसको बोला गाड़ी से उतर तो नीचे। हमने गाड़ी से उतार के उसको यहाँ पर बिठाया। तो फिर उसके बाद वो कह रहा जी हमने सुसाइड कर ली सबने, तो सबने जहर खा लिया, भी मेरे सिर बहुत कर्जा चढ़ा हुआ है, तो इसीलिए बस मर लिए। तो आप लोगों ने उसको नीचे उतारा तो वो बोल रहे थे आपसे बात की? बोल रहा था। तो बताया कि किस वजह से सुसाइड कर लिया? डेट कह रहे जी कर्जा चढ़ा हुआ है, बैंक का लोन चढ़ा हुआ है, किसी ने रिश्तेदार ने सपोर्ट नहीं करी, किसी ने मदद नहीं करी, इसलिए कह रहे बस ये कदम उठा लिया। शिमला में हुई दुखद घटना में जहां परवीन मित्तल की जो का घर जो बताया जा रहा था वो देहरादून बताया जा रहा था। जानकारी अभी तक इसलिए भी ये साझा की जा रही थी कि देहरादून है, क्योंकि उनका जो आधार कार्ड था उस पे देहरादून का एड्रेस था, और जिस घर का वो एड्रेस है 274 कोलागर रोड, ये वही घर है। जब हमने पड़ोसियों से बातचीत की तो पड़ोसियों का ये कहना था कि वो यहाँ पे किराए में रहते थे, यानी कि वो यहाँ पे उनका घर नहीं था, वो यहाँ पे किराए में रहते थे, और करीब 3 साल वो यहाँ रहे हैं। और 3 साल में वो यहाँ इस घर पे रहे, उनकी फैमिली साथ में थी, उनकी वाइफ, उनकी 3 बच्चे, उनके मदर और उनके फादर सभी इस घर में रहते थे। लेकिन 3 साल के बाद वो फिर देहरादून में यहाँ से उन्होंने शिफ्ट किया, किसी और घर में वो रहे हैं। और अब जो जानकारी ये प्राप्त हुई है कि वो हरियाणा के रहने वाले हैं परवीन मित्तल, और वो उनके जो पड़ोसियों ने भी यही कहा है कि वो हरियाणा के ही रहने वाले थे जो और यहाँ पे रहते थे। परवीन मित्तल एनजीओ में काम करते थे, ये भी जानकारी जो पड़ोसियों ने अभी हमें दी है कि वो यहाँ पे एनजीओ में काम करते थे। और उनकी जो फैमिली है वो उनके जो फादर है, उनकी जो शॉप थी वो थी टपकेश्वर मंदिर की, क्योंकि पास में टपकेश्वर मंदिर है और वहाँ पे उनकी पूजा वगैरह की दुकानें थी, पूजा सामग्री की दुकान थी। तो ये पूरी अभी तक जानकारी मिल पा रही है, लेकिन अभी तक जिस तरीके से कहा जा रहा था कि परवीन मित्तल देहरादून के निवासी हैं, ये अब इसमें पूरा पर्दा साफ हो गया है कि परवीन मित्तल देहरादून में सिर्फ किराए पे रहते थे, और जो उनका आधार कार्ड है वो भले ही देहरादून का ही बना था, लेकिन वो रहने वाले हरियाणा के थे। ਤਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ। ਨਾਭਾ 'ਚ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲਿਆ। PSPCL ਦੇ SDO ਜੋ ਹੈ ਉਹਨਾਂ ਨੂੰ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ। 50,000 ਰੁਪਏ ਰਿਸ਼ਵਤ ਨਾਲ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਦੱਸ ਦਈਏ ਕਿ ਕਿਸਾਨਾਂ ਕੋਲੋਂ ਮੋਟਰ ਕਨੈਕਸ਼ਨ ਦੇ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ, ਤਾਂ ਵੱਡਾ ਐਕਸ਼ਨ ਜੋ ਹੈ ਕੀਤਾ ਗਿਆ ਵਿਜੀਲੈਂਸ ਵੱਲੋਂ। ਦੱਸਿਆ ਜਾ ਰਿਹਾ ਕਿ PSPCL ਦੇ SDO ਜੋ ਹੈ ਮਹਿੰਦਰ ਸਿੰਘ ਉਹਨਾਂ ਦਾ ਨਾਮ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ। 50,000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ, ਤੇ ਦੱਸਿਆ ਜਾ ਰਿਹਾ ਕਿ ਕਿਸਾਨਾਂ ਕੋਲੋਂ ਮੋਟਰ ਕਨੈਕਸ਼ਨ ਦੇ ਬਦਲੇ ਇਹ ਰਿਸ਼ਵਤ ਜੋ ਹੈ ਮੰਗੀ ਜਾ ਰਹੀ ਸੀ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਐਕਸ਼ਨ ਕੀਤਾ ਗਿਆ ਹੈ। ਤਾਂ ਨਾਭਾ ਦਾ ਪੂਰਾ ਮਾਮਲਾ ਹੈ, ਜਿੱਥੇ ਕਿ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲਿਆ। ਨਾਭਾ 'ਚ PSPCL ਦੇ SDO ਮਹਿੰਦਰ ਸਿੰਘ ਨੂੰ गिरफ्तार किया गया। 50,000 रुपए रिश्वत लैण के इल्जाम लगे ने। किसानों कोलों मोटर कनैक्शन के बदले रिश्वत मंगी गई, जिस तो बाद कि विजिलेंस वालों एक्शन लिया गया। तो विजिलेंस वालों इस तरह पहला भी कई तरह जो एक्शन लिए जाते हैं, रंगे हथी गिरफ्तार किया जाता है। भ्रिष्टाचार के खिलाफ जो है एक्शन लिया जाता है। तो नाभा के भी जो है भ्रिष्टाचार के खिलाफ एक्शन देखने को मिला। विजिलेंस वालों PSPCL के SDO महेंद्र सिंह नूं गिरफ्तार किया गया है। तो साडे नाल भुपिंदर सिंह जुड़े हुए हैं, साडे सहयोगी। भुपिंदर, पूरा मामला जानना चाहांगे कि किस तरह दे जो है किस तरह का एक्शन लिया गया, तो पूरा मामला की है जिस तहत कार्रवाई विजिलेंस वालों की गई है। जी भुपिंदर जी, नाभा ब्लाक के पिंड घमरौदा के जो SDO ने महेंद्र सिंह, उन्होंने के खिलाफ कार्रवाई हुई है, क्योंकि तुहानूं दस दिए कि जो किसान ने उन्होंने मंग की थी भी जो साडा बिजली का मोटर का ਇਹ ਕਨੈਕਸ਼ਨ ਆ ਇਹ ਟ੍ਰਾਂਸਫਰ ਕੀਤਾ ਜਾਵੇ। ਉਹਨਾਂ ਨੇ 2 ਲੱਖ ਰੁਪਏ ਦੀ ਜਿਹੜਾ ਹੈਗਾ ਭਰੋਸੇ ਸੂਤਰ 2 ਲੱਖ ਦੀ ਡਿਮਾਂਡ ਕੀਤੀ ਸੀ, ਅਤੇ 50,000 ਦੀ ਜਿਹੜੀ ਪਹਿਲੀ ਕਿਸ਼ਤ ਅੱਜ ਦੇਣੀ ਸੀ। ਉਸ ਤੋਂ ਬਾਅਦ ਜਦੋਂ ਕਿਸ਼ਤ ਦੇਣ ਪਹੁੰਚੇ ਤਾਂ ਵਿਜੀਲੈਂਸ ਜਿਹੜੀ ਵਿਭਾਗ ਦੀ ਟੀਮ ਜੋ ਮੋਹਾਲੀ ਤੋਂ ਜੋ ਮੌਕੇ ਤੇ ਉਹਨਾਂ ਨੂੰ ਰੰਗੇ ਹੱਥ ਕਾਬੂ ਕੀਤਾ ਗਿਆਗਾ। ਤੁਹਾਨੂੰ ਦੱਸਦੇ ਕਿ ਪੰਜਾਬ ਸਰਕਾਰ ਲਗਾਤਾਰ ਜੋ ਮੁਹਿੰਮ ਚੜੀ ਹੈ, ਜੋ ਇਹਨਾਂ ਦੇ ਖਿਲਾਫ ਜੋ ਲਗਾਤਾਰ ਹੁਣ ਸਤਰਕ ਹੋ ਰਹੀ ਹੈ, ਕਿਉਂਕਿ ਲਗਾਤਾਰ विभाग वालों कार्रवाई की जा रही है। विजिलेंस फ्लाइट सुकाइड मोहाली ने यह कार्रवाई अमल में लियांदी है। जी जी
ਧੰਨਵਾਦ ਭੁਪਿੰਦਰ तमाम ਜਾਣਕਾਰੀ ਲਈ। ਤਾਂ ਨਾਭਾ 'ਚ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ PSPCL ਦੇ SDO ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। 50,000 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ। ਕਿਸਾਨਾਂ ਕੋਲੋਂ ਮੋਟਰ ਕਨੈਕਸ਼ਨ ਦੇ ਬਦਲੇ ਰਿਸ਼ਵਤ ਮੰਗੀ ਗਈ ਸੀ, ਜਿਸ ਤੋਂ ਬਾਅਦ ਵਿਜੀਲੈਂਸ ਫਲਾਈਂਗ ਸਕੁਐਡ ਮੋਹਾਲੀ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਤੇ ਰੰਗੇ ਹੱਥੀਂ SDO ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ। ਥੋੜੀ ਦੇਰ 'ਚ ਅਕਾਲ ਤਖਤ ਸਾਹਿਬ ਸਕੱਤਰੇਤ ਪਹੁੰਚਣਗੇ ਵਿਰਸਾ ਸਿੰਘ ਵਲਟੋਹਾ। ਅਕਾਲ ਤਖਤ ਸਾਹਿਬ ਪਹੁੰਚ ਕੇ ਜੋ ਹੈ ਆਪਣੀ ਅਰਜ਼ੀ ਸੌਂਪਣਗੇ। ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਮੁੜ ਵਿਚਾਰਨ ਦੀ ਅਰਜ਼ੀ ਜੋ ਹੈ ਸੌਂਪੀ ਜਾਣੀ ਹੈ ਉਹਨਾਂ ਵੱਲੋਂ। ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਵਲਟੋਹਾ ਨੂੰ 10 ਸਾਲ ਲਈ ਅਕਾਲੀ ਦਲ 'ਚੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਇਹ ਮਾਮਲਾ ਵਿਚਾਰਨ ਲਈ ਅਰਜ਼ੀ ਜੋ ਹੈ ਦੇਣੀ ਹੈ ਤੇ ਥੋੜੀ ਦੇਰ 'ਚ ਅਕਾਲ ਤਖਤ ਸਾਹਿਬ ਸਕੱਤਰੇਤ ਪਹੁੰਚ ਕੇ ਉਹਨਾਂ ਵੱਲੋਂ ਇਹ ਅਰਜ਼ੀ ਸੌਂਪੀ ਜਾਵੇਗੀ। ਦੱਸਦੀ ਹੈ ਕਿ 15 ਅਕਤੂਬਰ 2024 ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲਾ ਸੁਣਾਇਆ ਗਿਆ ਸੀ, ਜੋ ਉਸ ਸਮੇਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਸਨ। ਉਹਨਾਂ ਨੂੰ ਕਿਹਾ ਗਿਆ ਸੀ ਕਿ ਇਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਜਾਵੇ, ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ। ਤਾਂ ਅੱਜ ਉਹਨਾਂ ਵੱਲੋਂ ਜੋ ਹੈ ਇਸ ਫੈਸਲੇ ਨੂੰ ਮੁੜ ਵਿਚਾਰਨ ਲਈ ਜੋ ਹੈ ਅਰਜ਼ੀ ਸੌਂਪੀ ਜਾਣੀ ਹੈ। ਇਸ ਦੇ ਚੱਲਦੇ ਥੋੜੀ ਦੇਰ 'ਚ ਅਕਾਲ ਤਖਤ ਸਾਹਿਬ ਸਕੱਤਰੇਤ ਪਹੁੰਚ ਕੇ ਵਿਰਸਾ ਸਿੰਘ ਵਲਟੋਹਾ ਆਪਣੀ ਅਰਜ਼ੀ ਸੌਂਪਣਗੇ ਤੇ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ ਜੋ ਹੈ ਅਰਜ਼ੀ ਦੇਣਗੇ ਤੇ ਮੁੜ ਵਿਚਾਰਨ ਦੀ ਇਸ ਫੈਸਲੇ ਦੀ ਅਪੀਲ ਉਹਨਾਂ ਵੱਲੋਂ ਕੀਤੀ ਜਾ ਸਕਦੀ ਹੈ। ਤਾਂ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ। ਰਾਜੀਵ, ਜਾਣਨਾ ਚਾਹਾਂਗੇ ਪੂਰਾ ਮਾਮਲਾ, ਕਿਉਂਕਿ ਵਿਰਸਾ ਸਿੰਘ ਵਲਟੋਹਾ ਜੋ ਹੈ ਇਹਨਾਂ ਨੂੰ 10 ਸਾਲ ਲਈ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਹੁਣ ਖਬਰ ਹੈ ਕਿ ਥੋੜੀ ਦੇਰ 'ਚ ਉਹ ਪਹੁੰਚ ਕੇ ਆਪਣਾ ਜੋ ਹੈ ਅਰਜ਼ੀ ਸੌਂਪਣਗੇ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ। ਤਾਂ ਹੋਰ ਕੀ ਕੁਝ ਜਾਣਕਾਰੀ? ਬਿਲਕੁਲ, ਜੋ ਵਿਰਸਾ ਸਿੰਘ ਵਲਟੋਹਾ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ 2024 ਦੇ ਵਿੱਚ ਅਕਤੂਬਰ ਮਹੀਨੇ 'ਚ ਮੀਟਿੰਗ ਹੋਈ ਸੀ, ਉਸ ਦੇ ਵਿੱਚ ਉਸ ਵੇਲੇ ਦੇ ਜਿਹੜੇ ਗਿਆਨੀ ਰਘਵੀਰ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਔਰ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਔਰ ਉਸ ਦੀਆਂ ਜਿਹੜੀਆਂ ਕਈ ਵੀਡੀਓ ਕਲਿੱਪ ਵੀ ਹੁਣ ਤੱਕ ਸਾਹਮਣੇ ਆ ਚੁੱਕੇ ਨੇ, ਜਿਸ ਦੇ ਵਿੱਚ ਬਹਿਸਬਾਜ਼ੀ ਜਿਹੜੀ ਹੈ ਉਹ ਹੁੰਦੀ ਹੋਈ ਨਜ਼ਰ ਆਈ ਸੀ। ਤਾਂ ਉਦੋਂ ਇਹ ਫੈਸਲਾ ਲਿਆ ਗਿਆ ਸੀ ਕਿ ਤੁਰੰਤ ਜੋ ਹੈ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਦੇ ਲਈ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਤਾਂ ਹੁਣ ਕਿਉਂਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਵੀ ਬਦਲ ਚੁੱਕੇ ਨੇ, ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਲਗਾਇਆ ਗਿਆ, ਤਾਂ ਹੁਣ ਵਿਰਸਾ ਸਿੰਘ ਵਲਟੋਹਾ ਵੱਲੋਂ ਅੱਜ ਇੱਕ ਅਰਜ਼ੀ ਜਿਹੜੀ ਹੈ ਉਹ ਦਿੱਤੀ ਜਾਣੀ ਹੈ ਕਿ ਉਸ ਫੈਸਲੇ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ। ਯਾਨੀ ਕਿ ਸਿੱਧੇ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਵਿਰਸਾ ਸਿੰਘ ਵਲਟੋਹਾ ਵੱਲੋਂ ਅਪੀਲ ਕੀਤੀ ਜਾਏਗੀ ਕਿ ਉਹਨਾਂ ਦੀ ਜਿਹੜਾ ਮਾਮਲਾ ਹੈ ਉਸ ਦੇ ਉੱਤੇ ਮੁੜ ਵਿਚਾਰ ਕਰਕੇ ਜੇਕਰ ਜਿਹੜਾ ਫੈਸਲਾ ਲਿਆ ਗਿਆ ਸੀ ਜਾਂ ਜਿਹੜਾ ਆਦੇਸ਼ ਕੀਤਾ ਗਿਆ ਸੀ ਕਿ 10 ਸਾਲ ਦੇ ਲਈ ਅਕਾਲੀ ਦਲ ਤੋਂ ਬਾਹਰ ਕੀਤਾ ਜਾਵੇ, ਤਾਂ ਉਸ ਫੈਸਲੇ ਤੇ ਵਿਚਾਰ ਕਰਕੇ ਜੇਕਰ ਲੱਗਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਉਹ ਦੋਸ਼ ਸਹੀ ਨਹੀਂ ਹੈ ਜਾਂ ਫਿਰ ਉਸ ਨੂੰ ਲੈ ਕੇ ਜੇਕਰ ਵਿਰਸਾ ਸਿੰਘ ਵਲਟੋਹਾ ਕੋਈ ਮਾਫੀ ਮੰਗਦੇ ਨੇ, ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਜੇਕਰ ਕਿਸੇ ਦੇ ਉੱਤੇ ਵੀ ਕੋਈ ਵੱਡਾ ਦੋਸ਼ ਹੁੰਦਾ ਹੈ ਤਾਂ ਉਸ ਨੂੰ ਆਪਣਾ ਸਪਸ਼ਟੀਕਰਨ ਰੱਖਣ ਦਾ ਜਿਹੜਾ ਮੌਕਾ ਹੈ ਉਹ ਦਿੱਤਾ ਜਾਂਦਾ। ਤਾਂ 2:30 ਵਜੇ ਇੱਕ ਅਰਜ਼ੀ ਜਿਹੜੀ ਹੈ ਇਸੇ ਨੂੰ ਲੈ ਕੇ ਦਿੱਤੀ ਜਾਣੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਉਸ ਦੇ ਉੱਤੇ ਕੀ ਵਿਚਾਰ ਜਿਹੜਾ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਕੀਤਾ ਜਾਂਦਾ ਹੈ। ਜੀ ਰਾਜੀਵ, ਧੰਨਵਾਦ तमाम ਜਾਣਕਾਰੀ ਲਈ। ਤਾਂ ਥੋੜੀ ਦੇਰ 'ਚ ਜੋ ਹੈ ਵਿਰਸਾ ਸਿੰਘ ਵਲਟੋਹਾ ਅਕਾਲ ਤਖਤ ਸਾਹਿਬ ਸਕੱਤਰੇਤ ਪਹੁੰਚ ਜਾਣਗੇ ਤੇ ਜੋ ਉਹਨਾਂ ਤੇ ਫੈਸਲਾ ਲਿਆ ਗਿਆ ਸੀ 10 ਸਾਲ ਲਈ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਗਿਆ ਸੀ, ਉਸ ਤੇ ਮੁੜ ਵਿਚਾਰਨ ਦੀ ਜੋ ਹੈ ਅਰਜ਼ੀ ਸੌਂਪਣਗੇ। ਦਾ ਦੱਸਦੀ ਹੈ ਕਿ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲਾ ਸੁਣਾਇਆ ਗਿਆ ਸੀ, ਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਕਿਹਾ ਗਿਆ ਸੀ ਕਿ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਪਾਰਟੀ 'ਚੋਂ ਬਾਹਰ ਕੀਤਾ ਜਾਵੇ। ਤਾਂ ਉਸੇ ਤੇ ਜੋ ਹੈ ਉਸੇ ਫੈਸਲੇ ਨੂੰ ਮੁੜ ਵਿਚਾਰਨ ਦੀ ਅਰਜ਼ੀ ਜੋ ਹੈ ਵਿਰਸਾ ਸਿੰਘ ਵਲਟੋਹਾ ਵੱਲੋਂ ਹੁਣ ਅਕਾਲ ਤਖਤ ਸਾਹਿਬ 'ਤੇ ਪਹੁੰਚ ਕੇ ਦਿੱਤੀ ਜਾਵੇਗੀ। ਤਾਂ ਦੇਖਣਾ ਬਹੁਤ ਅਹਿਮ ਹੋਵੇਗਾ ਕਿ ਹੁਣ ਕਿਸ ਤਰ੍ਹਾਂ ਦਾ ਫੈਸਲਾ ਹੁੰਦਾ ਹੈ, ਜਥੇਦਾਰ ਕਿਸ ਤਰ੍ਹਾਂ ਦਾ ਫੈਸਲਾ, ਕਿਉਂਕਿ ਉਸ ਸਮੇਂ ਜਥੇਦਾਰ ਜੋ ਹੈ ਗਿਆਨੀ ਰਘਬੀਰ ਸਿੰਘ ਸਨ, ਪਰ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਹੈ ਬਦਲ ਚੁੱਕੇ ਨੇ। ਕਾਰਜਕਾਰੀ ਜਥੇਦਾਰ ਜੋ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ। ਤਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਫੈਸਲਾ ਹੁਣ ਜਥੇਦਾਰਾਂ ਵੱਲੋਂ ਲਿਆ ਜਾਂਦਾ ਹੈ।